ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿੱਦਾਂ ਸਾਰੇ? ਮੈਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਬਹੁਤ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਵੀ ਕਰ ਰਹੇ ਹੋਵੋਗੇ। ਅਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਥਰਮਲ ਪ੍ਰੋਪਰਟੀਜ਼ ਆਫ ਮੈਟਰ ਦਾ ਪਾਰਟ 2। ਪਿਛਲੀ ਵੀਡੀਓ ਦੇ ਵਿੱਚ ਅਸੀਂ ਇੱਥੇ ਤੱਕ ਜਿਹੜਾ ਆਪਣਾ ਥਰਮਲ ਐਕਸਪੈਂਸ਼ਨ ਦਾ ਟੌਪਿਕ ਸੀ ਉਹ ਕਵਰ ਕਰ ਚੁੱਕੇ ਸੀ ਅਤੇ ਹੁਣ ਅੱਗੋਂ ਆਪਾਂ ਛੋਟੇ ਆਪਣੇ ਕੁਛ ਟੌਪਿਕਸ ਰਹਿ ਗਏ ਸੀ, ਉਹ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਕੇ ਇਸ ਚੈਪਟਰ ਨੂੰ ਕੰਪਲੀਟ ਕਰ ਦਾਂਗੇ ਅਤੇ ਇਹਦੇ ਨਾਲ ਹੀ ਸਾਡੀ ਯੂਨਿਟ 7 ਵੀ ਕੰਪਲੀਟ ਹੋ ਜਾਏਗੀ, ਦੈਟ ਇਜ਼ ਬਲਕ ਪ੍ਰੋਪਰਟੀਜ਼ ਆਫ ਮੈਟਰ। ਸੋ ਵਿਦਆਊਟ ਐਨੀ ਫਰਦਰ ਲੈਟਸ ਗੈਟ ਸਟਾਰਟਡ। ਸਭ ਤੋਂ ਪਹਿਲਾਂ ਦੇਖੋ ਆਪਣੇ ਕੋਲ ਆਉਂਦਾ ਸਪੈਸੀਫਿਕ ਹੀਟ। ਦੇਖੋ ਹੀਟ ਕੀ ਹੈ? ਹੀਟ ਸਾਨੂੰ ਪਤਾ ਹੈ, ਠੀਕ ਹੈ, ਕਿ ਕੋਈ ਵੀ ਜਿਹੜੀ ਹੀਟ ਹੈ, ਹੀਟ ਕੀ ਹੈ ਵੀ ਟੈਂਪਰੇਚਰ ਚੇਂਜ ਕਰਦੇ ਆ, ਹੀਟ ਉਹਦੇ ਨਾਲ ਵੱਧਦੀ ਹੈ ਘਟਦੀ ਹੈ, ਠੀਕ ਹੈ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਟਰਾਂਸਫਰ ਹੁੰਦਾ ਮੋਲੀਕਿਊਲਸ ਦਾ। ਹੀਟ ਆਪਾਂ ਇਹੀ ਪੜ੍ਹਦੇ ਹਾਂ ਜਨਰਲੀ। ਅਤੇ ਕਹਿੰਦੇ ਹੁਣ ਸਪੈਸੀਫਿਕ ਹੀਟ ਕੀ ਹੈ? ਇੱਕ ਵਰਡ ਲੱਗ ਗਿਆ ਇਹਦੇ ਅੱਗੇ, ਸਪੈਸੀਫਿਕ। ਕਹਿੰਦੇ ਦ ਸਪੈਸੀਫਿਕ ਹੀਟ ਆਫ ਦ ਸਬਸਟੈਂਸ ਮੇ ਬੀ ਡਿਫਾਈਨਡ ਐਜ਼ ਦੀ ਅਮਾਊਂਟ ਆਫ ਹੀਟ ਰਿਕੁਆਇਰ ਟੂ ਰਾਈਜ਼ ਦ ਟੈਂਪਰੇਚਰ। ਦੇਖੋ ਸਪੈਸੀਫਿਕ ਹੀਟ ਮਤਲਬ ਦੇਖੋ ਆਪਾਂ ਕਿਸੇ ਵੀ ਆਬਜੈਕਟ ਦਾ ਟੈਂਪਰੇਚਰ ਚੇਂਜ ਕਰਨਾ, ਵਧਾਉਣਾ ਜਾਂ ਘਟਾਉਣਾ, ਠੀਕ ਹੈ। ਟੈਂਪਰੇਚਰ ਵਧਾਉਣਾ ਆਪਾਂ ਅਤੇ ਆਪਾਂ ਨੂੰ ਕਿੰਨੀ ਹੀਟ ਉਸ ਆਬਜੈਕਟ ਨੂੰ ਦੇਣੀ ਪਏਗੀ, ਉਹਨੂੰ ਆਪਾਂ ਕੀ ਬੋਲਦੇ ਹਾਂ? ਸਪੈਸੀਫਿਕ ਹੀਟ ਬੋਲਦੇ ਹਾਂ। ਪਰ ਦੇਖੋ ਇਹਦੇ ਵਿੱਚ ਕੀ ਹੈ, ਇਹਨਾਂ ਨੇ ਇੱਕ ਕੰਡੀਸ਼ਨ ਲਾਈ ਹੈ ਸਪੈਸੀਫਿਕਲੀ। ਇਹ ਕਿਹਦੇ ਲਈ ਹੈ? ਯੂਨਿਟ ਮਾਸ ਆਫ ਦ ਸਬਸਟੈਂਸ ਥਰੂ 1 ਡਿਗਰੀ। ਮਤਲਬ ਆਪਾਂ ਕੋਈ ਯੂਨਿਟ ਮਾਸ ਸਾਨੂੰ ਗਿਵਨ ਹੈ, ਠੀਕ ਹੈ, 1 kg ਹੈ ਜਾਂ ਹੈ ਨਾ 1 ਮੋਲਸ ਹੈ, 1 kg ਹੈ। ਇੱਥੇ ਕਹਿੰਦੇ ਜਿਹੜੀ ਯੂਨਿਟ ਮਾਸ ਹੈ ਆਪਾਂ ਉਹਦਾ ਟੈਂਪਰੇਚਰ ਰਾਈਜ਼ ਕਰਨਾ ਹੈ 1 ਡਿਗਰੀ, ਅਤੇ ਉਹਦੇ ਲਈ ਸਾਨੂੰ ਜਿੰਨੀ ਹੀਟ ਲੱਗੇਗੀ ਉਹਨੂੰ ਆਪਾਂ ਬੋਲਦੇ ਹਾਂ ਸਪੈਸੀਫਿਕ ਹੀਟ ਬੋਲਦੇ ਹਾਂ। ਅਤੇ ਇਹ ਕਿਹਦੇ 'ਤੇ ਡਿਪੈਂਡ ਕਰਦੀ ਹੈ? ਨੇਚਰ ਆਫ ਦ ਸਬਸਟੈਂਸ। ਇੱਕ ਸਬਸਟੈਂਸ ਕਿਵੇਂ ਦਾ ਉਹ ਉਹਦੇ 'ਤੇ ਡਿਪੈਂਡ ਕਰਦਾ ਕਿ ਉਹਨੂੰ ਹੀਟ ਆਪਾਂ ਨੂੰ ਕਿੰਨੀ ਪ੍ਰੋਵਾਈਡ ਕਰਨੀ ਪਏਗੀ ਕਿ ਉਹਦਾ ਟੈਂਪਰੇਚਰ ਵੱਧ ਜੇ, ਠੀਕ ਹੈ। ਹੁਣ ਦੇਖੋ ਸਪੈਸੀਫਿਕ ਹੀਟ ਨੂੰ ਆਪਾਂ ਸੀ ਦੇ ਨਾਲ ਡਿਨੋਟ ਕਰਦੇ ਹਾਂ, ਬਟ ਕਿਤੇ ਇਹ ਐਸ ਦੇ ਨਾਲ ਵੀ ਡਿਨੋਟ ਹੋਇਆ ਹੁੰਦਾ ਹੈ, ਠੀਕ ਹੈ। ਅਤੇ ਇਹਦਾ ਫਾਰਮੂਲਾ ਕੀ ਹੈ? ਡੈਲਟਾ ਕਿਊ। ਡੈਲਟਾ ਕਿਊ ਦਾ ਮਤਲਬ ਕੀ ਹੈ? ਚੇਂਜ ਇਨ ਹੀਟ। ਕਿਊ ਡੈਲਟਾ ਐਚ ਲਿਖ ਲਓ, ਕਿਊ ਲਿਖ ਲਓ, ਇੱਕੋ ਹੀ ਗੱਲ ਹੈ। ਡੈਲਟਾ ਕਿਊ ਡਿਵਾਈਡਡ ਬਾਈ ਮਾਸ ਇਨਟੂ ਟੈਂਪਰੇਚਰ, ਠੀਕ ਹੈ। ਵੀ ਹੀਟ ਕਿੰਨੀ ਆਪਾਂ ਦੇਖੋ ਆਪਾਂ ਕੀ ਪੜ੍ਹਿਆ ਵੀ ਸਪੈਸੀਫਿਕ ਹੀਟ ਕੀ ਹੈ? ਕਿੰਨੀ ਹੀਟ ਆਪਾਂ ਨੂੰ ਦੇਣੀ ਪਏਗੀ, ਯੂਨਿਟ ਮਾਸ ਐਂਡ ਯੂਨਿਟ ਟੈਂਪਰੇਚਰ। ਸੋ ਉੱਪਰ ਹੀਟ ਆ ਗਿਆ ਡਿਵਾਈਡਡ ਬਾਈ ਮਾਸ ਇਨਟੂ ਟੈਂਪਰੇਚਰ। ਇਹ ਆਪਣੇ ਕੋਲ ਫਾਰਮੂਲਾ ਆ ਜਾਏਗਾ ਕਾਹਦਾ ਜੀ? ਸਪੈਸੀਫਿਕ ਹੀਟ ਦਾ। ਹੁਣ ਦੇਖੋ ਸਪੈਸੀਫਿਕ ਹੀਟ ਦੀਆਂ ਯੂਨਿਟਸ ਕੀ ਨੇ? ਯੂਨਿਟਸ ਦੇਖੋ ਜੋ ਹੀਟ ਹੈ, ਹੀਟ ਦੀ ਯੂਨਿਟ ਕੀ ਹੁੰਦੀ ਹੈ ਆਪਣੇ ਕੋਲ? ਹੀਟ, ਇੱਕ ਮਿੰਟ ਮੈਨੂੰ ਲਿਖ ਲੈਣ ਦਿਓ। ਦੇਖੋ ਸੀ ਆਪਣੇ ਕੋਲ ਹੈਗਾ C ਇਜ਼ ਇਕੁਅਲ ਟੂ ਡੈਲਟਾ ਕਿਊ ਅਪੋਨ M ਇੰਟੂ T ਜਾਂ ਡੈਲਟਾ T। ਦੇਖੋ ਹੀਟ ਆਪਣੇ ਕੋਲ ਹੋ ਗਈ ਜੂਲਸ, ਮਾਸ ਆਪਣੇ ਕੋਲ ਹੋ ਗਿਆ kg ਅਤੇ ਟੈਂਪਰੇਚਰ ਆਪਣੇ ਕੋਲ ਹੋ ਗਿਆ ਕੈਲਵਿਨ। ਸੋ ਇਹ ਦੋਨੋਂ ਚੀਜ਼ਾਂ ਜਦੋਂ ਉੱਪਰ ਗਈਆਂ ਅਤੇ ਇਨਵਰਸ kg ਇਨਵਰਸ ਅਤੇ ਕੈਲਵਿਨ ਇਨਵਰਸ, ਇਹ ਸਾਡੇ ਕੋਲ ਯੂਨਿਟ ਆ ਜਾਏਗੀ ਜੀ, ਠੀਕ ਹੈ। ਉਸ ਤੋਂ ਬਾਅਦ ਆਪਾਂ ਆ ਗਏ ਮੋਲਰ ਸਪੈਸੀਫਿਕ ਹੀਟ 'ਤੇ। ਉੱਥੇ ਸੀ ਸਪੈਸੀਫਿਕ ਹੀਟ ਬਿਲਕੁਲ ਸੇਮ ਨੇ, ਅਤੇ ਬਸ ਮੋਲਰ ਦੇ ਵਿੱਚ ਜਿਹੜਾ ਆਪਾਂ ਯੂਨਿਟ ਮਾਸ ਲਿਆ ਸੀ 1 kg ਲਿਆ ਸੀ, ਮਤਲਬ 1 kg ਸਬਸਟਾਂਸ ਦਾ ਆਪਾਂ ਟੈਂਪਰੇਚਰ ਵਧਾਉਣਾ। ਮੋਲਰ ਸਪੈਸੀਫਿਕ ਹੀਟ 'ਚ ਆਪਾਂ 1 ਮੋਲ ਸਬਸਟਾਂਸ ਦਾ ਆਪਾਂ ਟੈਂਪਰੇਚਰ ਵਧਾਉਣਾ ਹੈ ਬਸ, ਠੀਕ ਹੈ। ਦ ਮੋਲਰ ਸਪੈਸੀਫਿਕ ਹੀਟ ਆਫ ਅ ਸਬਸਟੈਂਸ ਇਜ਼ ਡਿਫਾਈਨਡ ਐਜ਼ ਦ ਅਮਾਊਂਟ ਆਫ ਹੀਟ ਰਿਕੁਆਇਰਡ ਟੂ ਰੇਜ਼ ਦ ਟੈਂਪਰੇਚਰ ਆਫ 1 ਮੋਲ ਆਫ ਦ ਸਬਸਟੈਂਸ ਥਰੂ 1 ਡਿਗਰੀ। ਮਤਲਬ ਆਪਾਂ 1 ਮੋਲ ਸਬਸਟੈਂਸ ਦਾ ਟੈਂਪਰੇਚਰ ਇਨਕਰੀਜ਼ ਕਰਨਾ ਹੈ 1 ਡਿਗਰੀ ਤੱਕ, ਉਹਨੂੰ ਆਪਾਂ ਮੋਲਰ ਸਪੈਸੀਫਿਕ ਹੀਟ ਬੋਲਦੇ ਹਾਂ, ਠੀਕ ਹੈ ਜੀ। ਉਂਝ ਸਾਡੇ ਕੋਲ ਹੀਟ ਕੀ ਹੁੰਦੀ ਹੈ ਕਿ ਕਿੰਨੀ ਹੀਟ ਦਈਏ ਅਤੇ ਟੈਂਪਰੇਚਰ ਚੇਂਜ ਹੋ ਜੇ, ਠੀਕ ਹੈ, ਉਹ ਆਪਣੇ ਕੋਲ ਹੁੰਦਾ। ਇਹ 2 ਟੌਪਿਕ ਸੀ ਛੋਟੇ। ਉਸ ਤੋਂ ਬਾਅਦ ਆਪਾਂ ਨੇ ਪੜ੍ਹਨਾ ਕੈਲੋਰੀ ਮੀਟਰ। ਹੁਣ ਦੇਖੋ ਕੈਲੋਰੀ ਮੀਟਰ, ਸਭ ਤੋਂ ਪਹਿਲਾਂ ਕੈਲੋਰੀਮੈਟਰੀ ਕੀ ਹੁੰਦਾ? ਦੇਖੋ ਕਹਿੰਦੇ ਦ ਬ੍ਰਾਂਚ ਆਫ ਦ ਫਿਜ਼ਿਕਸ ਦੈਟ ਡੀਲਸ ਵਿਦ ਦ ਮੈਜਰਮੈਂਟ ਆਫ ਹੀਟ। ਜਿਹੜੀ ਵੀ ਬ੍ਰਾਂਚ ਹੈ ਫਿਜ਼ਿਕਸ ਦੀ ਜੋ ਹੀਟ ਦੇ ਨਾਲ, ਹੀਟ ਦੀਆਂ ਮੈਜਰਮੈਂਟਸ ਦੇ ਨਾਲ ਡੀਲ ਕਰਦੀ ਹੈ, ਉਹਨੂੰ ਆਪਾਂ ਬੋਲਦੇ ਹਾਂ ਕੈਲੋਰੀਮੈਟਰੀ, ਠੀਕ ਹੈ ਜੀ। ਜਿੱਦਾਂ ਟੈਂਪਰੇਚਰ ਦੇ ਨਾਲ ਜੋ ਡੀਲ ਕਰਦੀ ਸੀ ਉਹਨੂੰ ਆਪਾਂ ਕੀ ਬੋਲਦੇ ਸੀ? ਥਰਮੋਮੈਟਰੀ। ਹੁਣ ਜਿਹੜੀ ਪਿਛਲੀ ਵੀਡੀਓ ਆਈ ਸੀ ਉਹਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਥਰਮੋਮੈਟਰੀ। ਅਤੇ ਕੈਲੋਰੀਮੈਟਰੀ ਕੀ ਹੈ? ਜੋ ਹੀਟ ਦੇ ਨਾਲ ਆਪਾਂ ਮੈਜਰ ਕਰਨੇ ਆ, ਠੀਕ ਹੈ, ਕਿਉਂਕਿ ਕੈਲੋਰੀ ਹੀਟ ਦੀ ਯੂਨਿਟ ਵੀ ਹੁੰਦੀ ਹੈ, ਠੀਕ ਹੈ। 1 ਕੈਲੋਰੀ ਇਜ਼ ਇਕੁਅਲ ਟੂ ਇੰਨੇ ਜੂਲ,
ठीक है। हुण देखो जिहड़ा अपने कोल ਇਹ डिवाइसिस यूज़ कीतियां जांदियां ने कैलोरीमैट्री दे विच, जो भी है, ये किहड़े प्रिंसिपल ते टिके होया है, कहंदे द प्रिंसिपल ऑफ कैलोरीमैट्री स्टेट दैट द हीट गेन्ड बाय द कोल्ड बॉडी मस्ट बी इक्वल टू द हीट लॉस्ट बाय द हॉट बॉडी प्रोवाइडेड देयर इज़ नो एक्सचेंज ऑफ हीट विद द सराउंडिंग्स। देखो ਇਹ ਆਪਾਂ ਜਿਵੇਂ ਕੈਲੋਰੀਮੀਟਰ, ਦੇਖੋ ਕੈਲੋਰੀਮੀਟਰ ਪਹਿਲਾਂ ਮੈਂ ਤੁਹਾਨੂੰ ਦੱਸਦਾ ਇੰਨਾ ਕੁਛ ਹੈ ਨਹੀਂ ਵੀ ਜ਼ਿਆਦਾ ਕੋਈ ਮਸ਼ੀਨ ਜੀ ਹੈ, ਇਹ ਜਸਟ ਇੱਕ ਇੰਨਾ ਕੁ ਇਹ ਵਾਲਾ ਸੈਟਅਪ ਹੈ, ਇੱਕ ਡਿਵਾਈਸ ਹੈ ਜਿਹਦੇ ਨਾਲ ਆਪਾਂ ਹੀਟ ਦੀ ਕੁਆਂਟਿਟੀ ਨੂੰ ਮੈਜ਼ਰ ਕਰ ਸਕਦੇ ਹਾਂ। ਠੀਕ ਹੈ, ਕੈਲੋਰੀਮੀਟਰ ਹੈ। ਜਿਵੇਂ ਇਹਦੇ ਵਿੱਚ ਕੀ ਹੈ, ਇੱਕ ਕੋਈ ਆਪਣੇ ਕੋਲ ਆਲੇ ਦੁਆਲੇ ਇੱਕ ਕਵਰ ਜਿਹਾ ਲੱਗਿਆ ਹੋਏਗਾ, ਵੁਡਨ ਜੈਕਟ ਬੋਲਦੇ ਆ ਇਹਨੂੰ। ਇਹ ਕਿਉਂ ਹੋਏਗਾ, ਇਹ ਕਿ ਸਰਾਊਂਡਿੰਗ ਦੇ ਨਾਲ ਨਾ ਆਪਾਂ ਮਤਲਬ ਜਿਹੜੀ ਆਪਣਾ ਹੀਟ ਅੰਦਰ ਸਿਸਟਮ ਦੇ ਵਿੱਚ ਉਹ ਸਰਾਊਂਡਿੰਗ 'ਚ ਨਾ ਚਲੀ ਜਾਏ ਕਿਤੇ। ਠੀਕ ਹੈ, ਕਿਉਂਕਿ ਜੇ ਸਰਾਊਂਡਿੰਗ 'ਚ ਜਾਏਗੀ ਫਿਰ ਤਾਂ ਆਪਣੇ ਆਪ ਹੀ ਘਟੀ ਜਾਏਗੀ। ਇੱਥੇ ਇਹਨਾਂ ਨੇ ਕੀ ਕਿਹਾ, ਕਹਿੰਦੇ ਟੂ ਸਟੇਟ ਦ ਕੋਲਡ ਬੋਡੀ। ਮੰਨ ਲਓ ਇਹ ਓਬਜੈਕਟ ਬਹੁਤ ਹੌਟ ਹੈ, ਠੀਕ ਹੈ, ਬਹੁਤ ਗਰਮ ਹੈ ਇਹ ਓਬਜੈਕਟ, ਅਤੇ ਇਹ ਬਹੁਤ ਠੰਡਾ ਹੈ। ਠੀਕ ਹੈ, ਸੋ ਇਹਦੇ ਤੋਂ ਆਪਾਂ ਇਹਨੂੰ ਹੀਟ ਦਿੱਤੀ। ਠੀਕ ਹੈ, ਮਤਲਬ ਹੌਟ ਓਬਜੈਕਟ ਨੇ ਜਿੰਨੀ ਆਪਣੀ ਹੀਟ ਲੂਜ਼ ਕੀਤੀ ਠੀਕ ਹੈ, ਅਤੇ ਕੋਲਡ ਓਬਜੈਕਟ ਨੇ ਜਿੰਨੀ ਹੀਟ ਗੇਨ ਕੀਤੀ ਉਹ ਦੋਨੋਂ ਈਕੁਅਲ ਹੋਣਗੀਆਂ। ਇਹ ਤਾਂ ਜੈਨੂਇਨ ਹੈ ਨਾ। ਦੇਖੋ ਅਗਰ ਕੋਈ ਦੋ ਸਿਸਟਮ 'ਚ ਕੋਈ ਆਪਾਂ ਸਿਸਟਮ ਤੋਂ ਸਰਾਊਂਡਿੰਗ 'ਚ ਤਾਂ ਕੋਈ ਹੀਟ ਨਾ ਆਉਣ ਦੇਣੀ ਹੈ ਨਾ ਜਾਣ ਦੇਣੀ ਹੈ, ਫਿਰ ਜਿੰਨੀ ਇਹ ਓਬਜੈਕਟ ਇਹਨੂੰ ਦੇਗਾ ਇਹ ਓਨੀ ਹੀ ਲਏਗਾ, ਮਤਲਬ ਜਿੰਨੀ ਲੋਸਟ ਹੋ ਗਈ ਇੱਧਰੋਂ ਓਨੀ ਹੀ ਗੇਨ ਹੋਏਗੀ। ਠੀਕ ਹੈ, ਇਸ ਤਰੀਕੇ ਦੇ ਨਾਲ। ਠੀਕ ਹੈ, ਹੁਣ ਦੇਖੋ ਬਸ ਇਹ ਇੱਕ ਡਿਵਾਈਸ ਹੈ, ਇਹਦੇ ਨਾਲ ਆਪਾਂ ਮੈਜਰ ਕਰਨੇ। ਇੱਕ ਥਰਮਾਮੀਟਰ ਰੱਖਿਆ ਹੁੰਦਾ ਇਹਦੇ ਵਿੱਚ, ਠੀਕ ਹੈ, ਵਿੱਚੋਂ ਹੀ ਸਟੱਕ ਕੀਤਾ ਹੁੰਦਾ, ਅਤੇ ਇਹਦੇ ਨਾਲ ਆਪਾਂ ਬਸ ਮੈਜਰ ਕਰ ਸਕਦੇ ਹਾਂ ਵੀ ਕੋਲਡ ਬੋਡੀ ਨੇ ਕਿੰਨੀ ਹੀਟ ਗੇਨ ਕੀਤੀ, ਉਹ ਕਿਹਦੇ ਇਕੁਅਲ ਹੁੰਦੀ ਹੈ, ਹੌਟ ਬੋਡੀ ਨੇ ਕਿੰਨੀ ਲੂਜ਼ ਕੀਤੀ। ਠੀਕ ਹੈ ਜੀ, ਫਿਰ ਦੇਖੋ ਆਪਾਂ ਪੜ੍ਹ ਰਹੇ ਸੀ ਵੀ ਇਹ ਪ੍ਰਿੰਸੀਪਲ, ਠੀਕ ਹੈ, ਵੀ ਜਿੰਨੀ ਹੀਟ ਲੋਸਟ ਹੋਈ ਓਨੀ ਹੀ ਹੀਟ ਗੇਨ ਹੋਏਗੀ। ਅਤੇ ਇਹ ਕੈਲੋਰੀਮੀਟਰ ਵੀ ਇਸੇ 'ਤੇ ਹੀ ਮਤਲਬ ਲਾਅ ਆਫ ਕੰਜ਼ਰਵੇਸ਼ਨ ਆਫ ਐਨਰਜੀ 'ਤੇ ਹੀ ਚੱਲਦਾ ਹੈ। ਲਾਅ ਆਫ ਕੰਜ਼ਰਵੇਸ਼ਨ ਕੀ ਕਹਿੰਦੀ ਵੀ ਦ ਐਨਰਜੀ ਕੈਨ ਨੀਦਰ ਬੀ ਕ੍ਰੀਏਟਡ ਨੋਟ ਡਿਸਟਰੋਇਡ, ਵੀ ਨਾ ਉਹਨੂੰ ਬਣਾਇਆ ਜਾ ਸਕਦਾ ਨਾ ਉਹਨੂੰ ਖ਼ਤਮ ਕੀਤਾ ਜਾ ਸਕਦਾ। ਸੋ ਮਤਲਬ ਜਿਹੜੀ ਹੀਟ ਗੇਨ ਹੈ ਉਹ ਲੋਸ ਦੇ ਹੀ ਬਰਾਬਰ ਹੈ, ਵੀ ਜੇ ਇੱਧਰੋਂ ਆਪਾਂ ਦੇ ਤੀ ਉਹ ਖ਼ਤਮ ਥੋੜ੍ਹੀ ਹੋਈ ਹੈ, ਉਹ ਦੂਜੇ ਆਬਜੈਕਟ 'ਚ ਜਾਏਗੀ। ਠੀਕ ਹੈ, ਬਸ ਇਹ ਇੱਕ ਛੋਟਾ ਜਿਹਾ ਇਹਦਾ ਇੰਨਾ ਕੋਈ ਇਹਦੇ ਵਿੱਚ ਖਾਸ ਗੱਲ ਹੈ ਨਹੀਂ। ਫਿਰ ਆਪਣੇ ਕੋਲ ਹੈਗਾ ਜੋ ਇੰਪੋਰਟੈਂਟ ਟੋਪਿਕਸ ਨੇ ਅੱਗੋਂ, ਚੇਂਜ ਆਫ ਸਟੇਟ। ਦੇਖੋ ਆਪਾਂ ਹੀਟ ਦਾ 9th 'ਚ ਵੀ ਪੜ੍ਹਿਆ ਹੈ, ਹੋਰ ਵੀ ਪੜ੍ਹਿਆ ਹੋਇਆ ਵੀ ਜਿਹੜੀ ਹੀਟ ਹੈ ਉਹ ਦੋ ਕੰਮ ਕਰ ਸਕਦੀ ਹੈ ਜੇ ਆਪਾਂ ਕਿਸੇ ਵੀ ਆਬਜੈਕਟ ਨੂੰ ਹੀਟ ਪ੍ਰੋਵਾਈਡ ਕਰਾਂਗੇ। ਜਾਂ ਤਾਂ ਉਹ ਉਹਦੀ ਸਟੇਟ ਚੇਂਜ ਕਰ ਦੇਗਾ, ਠੀਕ ਹੈ, ਜਾਂ ਜਿਹੜੀ ਉਹ ਹੀਟ ਹੈ ਉਹਦਾ ਟੈਂਪਰੇਚਰ ਇਨਕਰੀਜ਼ ਕਰ ਦੇਗੀ ਆਬਜੈਕਟ ਦਾ ਜਾਂ ਬੋਡੀ ਦਾ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਪੜ੍ਹ ਲਿਆ ਵੀ ਜੇ ਟੈਂਪਰੇਚਰ ਇਨਕਰੀਜ਼ ਕਰੇਗੀ, ਉਹ ਸਾਰੇ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਵੀ ਥਰਮਲ ਐਕਸਪੈਂਸ਼ਨ ਹੋਏਗਾ, ਹੈ ਨਾ। ਉਹ ਚੀਜ਼ਾਂ ਉਹੀ ਸੀ ਵੀ ਆਪਾਂ ਹੀਟ ਪ੍ਰੋਵਾਈਡ ਕੀਤੀ ਅਤੇ ਉਹ ਐਕਸਪੈਂਡ ਕਰ ਗਿਆ ਬੋਡੀ, ਅਤੇ ਥਰਮਲ ਐਕਸਪੈਂਸ਼ਨ ਹੋਈ, ਉਹ ਆਪਾਂ ਪਿੱਛੋਂ ਸਭ ਕੁਛ ਪੜ੍ਹ ਆਏ ਹਾਂ। ਸੈਕਿੰਡ ਹੀਟ ਜੋ ਕੰਮ ਕਰਦੀ ਹੈ ਉਹ ਹੈ ਚੇਂਜ ਆਫ ਸਟੇਟ, ਉਹ ਸਟੇਟ ਨੂੰ ਚੇਂਜ ਕਰ ਦਿੰਦੀ ਹੈ। ਸੋ ਦੇਖੋ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ, ਜਿਹੜੀ ਹੀਟ ਹੈ ਦੋ ਕੰਮ ਕਰਦੀ ਹੈ, ਪਰ ਇਹ ਦੋਨੋਂ ਕੰਮ ਉਹ ਸਾਈਮਲਟੇਨੀਅਸਲੀ ਨਹੀਂ ਕਰ ਪਾਉਂਦੀ, ਮਤਲਬ ਉਹ ਦੋਨੋਂ ਕੰਮ ਇੱਕੋ ਹੀ ਟਾਈਮ 'ਤੇ ਨਹੀਂ ਕਰ ਸਕਦੀ। ਉਹ ਇੱਕ ਕੰਮ ਇੱਕ ਟਾਈਮ 'ਤੇ ਕਰੇਗੀ। ਜਿਵੇਂ ਹੁਣ ਕਹਾਂ ਕਿ ਉਹ ਹੀਟ ਇੱਕੋ ਹੀ ਵਾਰ ਮੈਂ ਹੀਟ ਪ੍ਰੋਵਾਈਡ ਕੀਤੀ, ਉਹਨੇ ਟੈਂਪਰੇਚਰ ਵੀ ਚੇਂਜ ਕਰਤਾ, ਉਹਨੇ ਸਟੇਟ ਵੀ ਚੇਂਜ ਕਰਤੀ, ਇਹ ਪੋਸੀਬਲ ਨਹੀਂ ਹੈ। ਉਹ ਜਾਂ ਤਾਂ ਹੀਟ ਚੇਂਜ ਕਰਦੀ ਹੋਏਗੀ, ਦੂਜੇ ਟਾਈਮ ਉਹ ਕਰ ਸਕਦੀ ਹੈ ਵੀ ਉਹਦੀ ਸਟੇਟ ਚੇਂਜ ਜਾਂ ਟੈਂਪਰੇਚਰ ਜੋ ਵੀ ਹੈ ਚੇਂਜ ਕਰ ਦੇ, ਪਰ ਇਕੱਠੇ ਨਹੀਂ ਕਰੇਗੀ। ਹੁਣ ਦੇਖੋ ਆਪਣੇ ਕੋਲ ਚੇਂਜ ਇਨ ਸਟੇਟ ਕਹਿੰਦੇ ਦ ਟ੍ਰਾਂਜੀਸ਼ਨ ਆਫ ਦ ਸਬਸਟੈਂਸ ਫਰੋਮ ਵਨ ਸਟੇਟ ਟੂ ਅਨਦਰ ਬਾਈ ਹੀਟਿੰਗ ਔਰ ਕੂਲਿੰਗ ਇਜ਼ ਕਾਲਡ ਦ ਚੇਂਜ ਆਫ ਸਟੇਟ। ਮਤਲਬ ਕਿ ਜੋ ਵੀ ਟ੍ਰਾਂਜੀਸ਼ਨ, ਜੋ ਵੀ ਚੇਂਜ ਆਉਂਦਾ ਕਿਸੇ ਸਬਸਟੈਂਸ ਦੇ ਵਿੱਚ, ਠੀਕ ਹੈ, ਇੱਕ ਸਟੇਟ ਤੋਂ ਦੂਜੀ ਸਟੇਟ 'ਚ ਮਤਲਬ ਉਹ ਕਨਵਰਟ ਹੋ ਜਾਂਦੇ, ਉਹਨੂੰ ਆਪਾਂ ਚੇਂਜ ਆਫ ਸਟੇਟ ਕਹਿੰਦੇ ਹਾਂ। ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਪੜ੍ਹਨਾ ਹੈ, ਹਾਂਜੀ, ਦੇਖੋ ਮੈਲਟਿੰਗ ਆਫ ਸੋਲਿਡ। ਆਪਾਂ ਪੜ੍ਹਿਆ ਹੈ ਵੀ ਜਿਹੜਾ ਆਪਣੇ ਕੋਲ ਮੈਟਰ ਹੈ ਉਹ ਕੀ ਹੁੰਦਾ, ਸੋਲਿਡ, ਠੀਕ ਹੈ, ਲਿਕੁਇਡ ਅਤੇ ਗੈਸ, ਠੀਕ ਹੈ, ਇਹ ਹੁੰਦਾ। ਹੁਣ ਸੋਲਿਡ ਤੋਂ ਜਾਂ ਲਿਕੁਇਡ ਬਣ ਜਾਏਗਾ, ਜਾਂ ਲਿਕੁਇਡ ਤੋਂ ਸੋਲਿਡ ਬਣ ਜਾਏਗਾ, ਜਾਂ ਸੋਲਿਡ ਤੋਂ ਸਿੱਧਾ ਹੀ ਲਿਕੁਇਡ ਬਣ ਜਾਏਗਾ, ਗੈਸ ਬਣ ਜਾਏਗਾ, ਹੈ ਨਾ। ਇਹੀ ਚੀਜ਼ਾਂ ਹੁੰਦੀਆਂ ਨੇ, ਬਸ ਹੋਰ ਤਾਂ ਕੁਛ ਹੈ ਨਹੀਂ ਇਹਦੇ ਵਿੱਚ। ਠੀਕ ਹੈ, ਇਹ ਫਸਟ ਇਹ ਹੋ ਸਕਦਾ ਹੈ, ਇਹ ਸੈਕਿੰਡ ਆਪਸ਼ਨ ਹੈ, ਇਹ ਸਾਡੇ ਕੋਲ ਥਰਡ ਆਪਸ਼ਨ ਹੈ, ਜਾਂ ਸਿੱਧਾ ਲਿਕੁਇਡ ਤੋਂ ਹੀ ਸੋਲਿਡ ਬਣ ਜੇ, ਠੀਕ ਹੈ, ਉਹ ਚੀਜ਼।
ਹੁਣ ਦੇਖੋ ਬਸ ਇਹੀ ਆਪਾਂ ਪੜ੍ਹਨਾ ਹੈ। ਹੁਣ ਦੇਖੋ ਸੋਲਿਡ ਤੋਂ ਲਿਕੁਇਡ ਬਣਿਆ, ਸੋਲਿਡ ਮੰਨ ਕੇ ਚਲੋ ਆਈਸ ਹੈ ਤੁਹਾਡੇ ਕੋਲ, ਠੀਕ ਹੈ। ਹੁਣ ਬਰਫ਼ ਹੈ, ਬਰਫ਼ ਤੋਂ ਪਾਣੀ ਬਣ ਗਿਆ, ਉਹਨੂੰ ਆਪਾਂ ਕੀ ਬੋਲਦੇ ਹਾਂ, ਮੈਲਟਿੰਗ ਆਫ ਸੋਲਿਡ, ਠੀਕ ਹੈ। ਨਾਮ ਦਿੱਤੇ ਹੋਏ ਨੇ ਆਪਾਂ, ਸੋਲਿਡ ਤੋਂ ਲਿਕੁਇਡ ਬਣਨ ਨੂੰ ਆਪਾਂ ਕਹਿੰਦੇ ਹਾਂ ਮੈਲਟਿੰਗ ਹੋਣਾ। ਹੁਣ ਜੇ ਲਿਕੁਇਡ ਤੋਂ ਵੇਪਰ ਬਣੇਗਾ, ਮਤਲਬ ਉਹ ਜਿਹੜਾ ਪਾਣੀ ਸੀ ਉਹ ਭਾਫ ਬਣ ਗਿਆ, ਕੀ ਹੋ ਗਿਆ, ਵੇਪਰਾਈਜ਼ ਹੋ ਗਿਆ, ਉਹਨੂੰ ਆਪਾਂ ਬੋਲਦੇ ਹਾਂ ਵੇਪਰਾਈਜੇਸ਼ਨ ਆਫ ਲਿਕੁਇਡ। ਹੀਟ ਦੇ ਨਾਲ ਹੀ ਹੋਇਆ, ਐਵੇਂ ਤਾਂ ਨਹੀਂ ਨਾ ਹੋ ਗਿਆ। ਜੋ ਜਿਹੜੀ ਆਈਸ ਹੈ ਆਪਾਂ ਕਹੀਏ ਵੀ ਬਾਹਰ ਰੱਖੀ ਪਿਘਲ, ਬਾਹਰ ਰੱਖੀਏ ਪਿਘਲ ਜਾਂਦੀ, ਉਹਨੂੰ ਕੋਈ ਹੀਟ ਮਿਲੇਗੀ ਤਾਂ ਹੀ ਪਿਘਲਦੀ ਹੈ। ਤੁਸੀਂ ਬਰਫ਼ 'ਚ ਰੱਖੋਗੇ ਉੱਥੇ ਹੀਟ ਨਹੀਂ ਮਿਲਦੀ, ਉੱਥੇ ਕੂਲ ਰਹਿੰਦਾ, ਇਸ ਕਰਕੇ ਨਹੀਂ ਉਹ ਪਿਘਲਦੀ, ਠੀਕ ਹੈ। ਹੁਣ ਦੇਖੋ ਜਿਹੜਾ ਲਿਕੁਇਡ ਤੋਂ ਵੇਪਰ ਬਣੇਗਾ ਉਹ ਵੇਪਰਾਈਜੇਸ਼ਨ ਹੋ ਗਿਆ, ਵੇਪਰ ਤੋਂ ਜਦੋਂ ਲਿਕੁਇਡ ਬਣ ਗਿਆ, ਹੁਣ ਉਹੀ ਵੇਪਰ ਆਪਾਂ ਪੜ੍ਹਦੇ ਹਾਂ ਜਦੋਂ ਵਾਟਰ ਸਾਈਕਲ ਵੀ ਪੜ੍ਹਦੇ ਹਾਂ ਕਿ ਉਹ ਵੇਪਰ ਠੰਡੇ ਹੋ ਕੇ ਪਾਣੀ 'ਚ ਹੈ ਨਾ ਕਲਾਊਡ ਉਹ ਕਰਦੇ ਨੇ। ਸੋ ਦੇਖੋ ਜਦੋਂ ਵੇਪਰਾਂ ਨੂੰ ਆਪਾਂ ਠੰਡਾ ਕੀਤਾ, ਲਿਕੁਇਡ ਬਣ ਗਿਆ ਦੁਬਾਰਾ, ਉਹੀ ਭਾਫ ਨੂੰ ਠੰਡਾ ਕਰਤਾ, ਪਾਣੀ ਬਣ ਜਾਊਗਾ, ਉਹਨੂੰ ਆਪਾਂ ਬੋਲਦੇ ਹਾਂ ਕੰਡੈਂਸੇਸ਼ਨ ਆਫ ਵੈਪਰ। ਵੈਪਰ ਦੀ ਕੀ ਹੋ ਗਈ, ਕੰਡੈਂਸੇਸ਼ਨ ਹੋ ਗਈ। ਅਤੇ ਜੇ ਉਹੀ ਲਿਕੁਇਡ ਸੋਲਿਡ 'ਚ ਬਣਾਉਣਾ ਹੋਵੇ, ਉਹੀ ਪਾਣੀ ਨੂੰ ਤੁਸੀਂ ਬਰਫ਼ 'ਚ ਬਣਾਉਣਾ ਹੋਵੇ, ਉਹਨੂੰ ਆਪਾਂ ਕੀ ਬੋਲਦੇ ਹਾਂ, ਫਰੀਜ਼ਿੰਗ ਆਫ ਦ ਲਿਕੁਇਡ। ਬਸ ਇਹ ਤਾਂ ਬਹੁਤ ਸੌਖਾ ਸੀ। ਹੁਣ ਦੇਖੋ ਕਹਿੰਦੇ ਮੈਲਟਿੰਗ ਪੁਆਇੰਟ, ਬੋਇਲਿੰਗ ਪੁਆਇੰਟ, ਇਹ ਆਪਾਂ ਇੱਕ ਪੜ੍ਹਨਾ ਹੈ। ਦੇਖੋ ਬਹੁਤ ਸੌਖਾ ਹੈ। ਮੈਲਟਿੰਗ ਪੁਆਇੰਟ ਆਪਾਂ ਜਾਣੂ ਆ ਮਤਲਬ ਕੀ ਹੁੰਦਾ ਹੈ, ਅਤੇ ਬੋਇਲਿੰਗ ਪੁਆਇੰਟ ਤੋਂ ਵੀ ਆਪਾਂ ਜਾਣੂ ਆ ਵੀ ਕੀ ਹੁੰਦਾ ਹੈ। ਮੈਲਟਿੰਗ ਪੁਆਇੰਟ ਕਹਿੰਦੇ ਦ ਟੈਂਪਰੇਚਰ ਐਟ ਵਿਚ ਦ ਸੋਲਿਡ ਐਂਡ ਦ ਲਿਕੁਇਡ ਸਟੇਟ ਆਫ ਦ ਸਬਸਟੈਂਸ ਕੋ ਐਗਜ਼ਿਸਟ ਇਨ ਦ ਥਰਮਲ ਇਕੁਇਲੀਬਰੀਅਮ ਵਿਦ ਈਚ ਅਦਰ ਇਜ਼ ਕਾਲਡ ਮੈਗਨੇਟ। ਕਹਿੰਦੇ ਉਹ ਟੈਂਪਰੇਚਰ ਹੈ ਜਿਹਦੇ ਵਿੱਚ ਇੱਕ ਸੋਲਿਡ ਅਤੇ ਲਿਕੁਇਡ ਐਗਜ਼ਿਸਟ ਕਰਦੇ ਨੇ ਥਰਮਲ ਦੇਖੋ ਥਰਮਲ ਇਕੁਇਲੀਬਰੀਅਮ, ਮੈਂ ਨਾ ਬੋਲਦੀ ਵਿੱਚ ਅੱਧਾ ਕੁ ਵਰਡ ਬੋਲ ਕੇ ਅੱਗੋਂ ਸਮਝਾਉਣ ਲੱਗ ਜਾਂਦੀ ਹਾਂ। ਥਰਮਲ ਇਕੁਇਲੀਬਰੀਅਮ, ਠੀਕ ਹੈ। ਹੁਣ ਦੇਖੋ ਵੀ ਉਹ ਟੈਂਪਰੇਚਰ ਹੁੰਦਾ ਮੈਲਟਿੰਗ ਪੁਆਇੰਟ ਜਿਹਦੇ ਵਿੱਚ ਇੱਕ ਸੋਲਿਡ ਅਤੇ ਲਿਕੁਇਡ ਦੋਨੋਂ ਐਗਜ਼ਿਸਟ ਕਰ ਰਹੇ ਹੁੰਦੇ ਨੇ, ਠੀਕ ਹੈ, ਇਕੁਇਲੀਬਰੀਅਮ 'ਚ। ਇਕੁਇਲੀਬਰੀਅਮ ਦਾ ਕੀ ਮਤਲਬ ਹੈ, ਆਪਾਂ ਪੜ੍ਹਿਆ ਕੈਮਿਸਟਰੀ 'ਚ ਵੀ ਚੈਪਟਰ ਪੜ੍ਹਿਆ, ਠੀਕ ਹੈ। ਇਕੁਇਲੀਬਰੀਅਮ ਕੀ ਹੈ ਵੀ ਫਾਰਵਰਡ ਰਿਐਕਸ਼ਨ ਅਤੇ ਬੈਕਵਰਡ ਰਿਐਕਸ਼ਨ ਦੋਨੋਂ ਇਕੁਅਲ ਹੋਣ, ਮਤਲਬ ਦੋਨੋਂ ਇਕੁਅਲ ਹੋਣ, ਐਵੇਂ ਮੰਨ ਕੇ ਚੱਲੋ ਤੁਸੀਂ। ਥਰਮਲ ਇਕੁਇਲੀਬਰੀਅਮ ਹੈ, ਹੀਟ ਦੋਨਾਂ ਦੇ ਕੋਲ ਸੇਮ ਹੈ, ਉਹਨੂੰ ਆਪਾਂ ਮੈਲਟਿੰਗ ਪੁਆਇੰਟ ਕਹਿੰਦੇ ਹਾਂ, ਸੋਲਿਡ ਅਤੇ ਲਿਕੁਇਡ। ਦੇਖੋ ਇਹ ਆਪਾਂ ਉਂਝ ਵੀ ਕਾਮਨ ਹੈ, ਦੇਖੋ ਸੋਲਿਡ ਤੋਂ ਲਿਕੁਇਡ ਬਣਦਾ, ਮੈਲਟ ਹੁੰਦਾ, ਉਹਦਾ ਮੈਲਟਿੰਗ ਪੁਆਇੰਟ ਹੈ ਵੀ ਮੈਲਟਿੰਗ ਪੁਆਇੰਟ ਉਸ ਚੀਜ਼ ਦਾ ਕਿੰਨਾ ਹੈ। ਅਤੇ ਜੇ ਬੋਇਲਿੰਗ ਪੁਆਇੰਟ ਦੀ ਗੱਲ ਕਰੀਏ, ਉਹ ਲਿਕੁਇਡ ਅਤੇ ਵੇਪਰ ਦੇ ਵਿੱਚ ਹੁੰਦਾ, ਠੀਕ ਹੈ। ਲਿਕੁਇਡ ਨੂੰ ਆਪਾਂ ਬੋਇਲ ਕਰਾਂਗੇ, ਠੀਕ ਹੈ, ਅਤੇ ਉਹ ਕੀ ਬਣ ਜਾਏਗਾ, ਵੇਪਰ 'ਚ ਕਨਵਰਟ ਹੋ ਜਾਏਗਾ। ਮਤਲਬ ਉਹ ਸਟੇਟ ਹੈ ਬੋਇਲਿੰਗ ਪੁਆਇੰਟ ਜਿਹਦੇ ਵਿੱਚ ਜਿਹੜਾ ਵੇਪਰ ਅਤੇ ਲਿਕੁਇਡ ਹੈਗਾ ਉਹ ਐਗਜ਼ਿਸਟ ਕਰ ਰਹੇ ਹੁੰਦੇ ਨੇ, ਅਤੇ ਆਪਾਂ ਹੀਟ ਪ੍ਰੋਵਾਈਡ ਕਰੀਏ ਅਤੇ ਉਹ ਆਪਣਾ ਕੰਮ ਕਰ ਲਏ, ਆਪਣੀ ਸਟੇਟ ਨੂੰ ਚੇਂਜ ਕਰ ਲਏ, ਕੁਛ ਵੀ ਕਰ ਲਏ। ਹੁਣ ਸਬਲੀਮੇਸ਼ਨ, ਉਹ ਤਾਂ ਜਸਟ ਦੇਖੋ ਇਹ ਤਾਂ ਮੈਂ ਤੁਹਾਨੂੰ ਉਂਝ ਪੜ੍ਹਾ ਤਾ ਵੀ ਜਿਹੜੀ ਮੈਲਟਿੰਗ ਪੁਆਇੰਟ ਇਹ ਹੁੰਦਾ, ਬੋਇਲਿੰਗ ਪੁਆਇੰਟ ਇਹ ਹੁੰਦਾ, ਸਾਨੂੰ ਪਤਾ ਹੋਣਾ ਚਾਹੀਦਾ ਇੱਕ ਵਾਰ ਡੈਫੀਨੇਸ਼ਨ। ਅਤੇ ਬਟ ਮੋਸਟ ਇੰਪੋਰਟੈਂਟ ਟੋਪਿਕ ਸਾਨੂੰ ਪਤਾ ਹੀ ਲੱਗ ਜਾਂਦਾ, ਜਿਵੇਂ ਸਪੈਸੀਫਿਕ ਹੀਟ ਹੋ ਗਿਆ, ਮੋਲਰ ਸਪੈਸੀਫਿਕ ਹੀਟ ਹੋ ਗਿਆ, ਠੀਕ ਹੈ। ਹੋਰ ਆਪਾਂ ਨੇ ਕੀ ਪੜ੍ਹਿਆ, ਚੇਂਜ ਆਫ ਸਟੇਟ ਵੀ ਹੋ ਸਕਦਾ ਹੈ, ਠੀਕ ਹੈ। MCQ 'ਚ ਕੈਲੋਰੀਮੈਟਰੀ ਅਤੇ ਪਿਛਲੇ 'ਚ ਥਰਮਲ ਐਕਸਪੈਂਸ਼ਨ, ਹੋਰ ਵੀ ਮਤਲਬ ਇਹੀ ਇੰਪੋਰਟੈਂਟ ਟੋਪਿਕਸ ਹੁੰਦੇ ਨੇ। ਸਬਲੀਮੇਸ਼ਨ, ਦੇਖੋ ਸਬਲੀਮੇਸ਼ਨ ਸਾਨੂੰ ਸਭ ਨੂੰ ਪਤਾ ਹੈ ਵੀ ਜੇ ਕੋਈ ਚੀਜ਼ ਸਿੱਧਾ ਹੀ ਸੋਲਿਡ ਤੋਂ ਗੈਸ ਬਣਦੀ ਹੈ ਉਹਨੂੰ ਆਪਾਂ ਸਬਲੀਮੇਸ਼ਨ ਬੋਲਦੇ ਹਾਂ, ਮਤਲਬ ਲਿਕੁਇਡ ਫੇਜ਼ ਦੇ ਵਿੱਚ ਆਉਂਦੀ ਹੋਈ ਨਹੀਂ, ਅਤੇ ਉਹਨੂੰ ਆਪਾਂ ਕੀ ਬੋਲਦੇ ਹਾਂ, ਸਬਲੀਮੇਸ਼ਨ। ਕਹਿੰਦੇ ਦ ਪ੍ਰੋਸੈਸ ਆਫ ਟ੍ਰਾਂਜੀਸ਼ਨ ਆਫ ਅ ਸਬਸਟੈਂਸ ਫਰੋਮ ਦ ਸੋਲਿਡ ਸਟੇਟ ਟੂ ਦ ਵੇਪਰ ਸਟੇਟ, ਸਿੱਧਾ ਸੋਲਿਡ ਤੋਂ ਵੇਪਰ ਬਣ ਗਿਆ ਵਿਦਾਊਟ ਪਾਸਿੰਗ ਥਰੂ ਦ ਲਿਕੁਇਡ ਸਟੇਟ, ਲਿਕੁਇਡ ਨਹੀਂ ਬਣਿਆ। ਐਗਜ਼ਾਮਪਲਸ ਕੀ ਨੇ, ਆਇਓਡੀਨ, ਨੈਪਥਲੀਨ, ਕੈਂਫਰ ਕਪੂਰ ਹੁੰਦਾ ਜੋ ਆਪਾਂ ਪੂਜਾ ਵਗੈਰਾ ਦੇ ਵਿੱਚ ਯੂਜ਼ ਕਰਦੇ ਹਾਂ, ਕੈਂਫਰ। ਇਹ ਚੀਜ਼ਾਂ ਲਿਕੁਇਡ ਸਟੇਟ ਦੇ ਵਿੱਚ ਨਹੀਂ ਆਉਂਦੀਆਂ, ਇਹ ਸਿੱਧਾ ਸੋਲਿਡ ਤੋਂ ਗੈਸ਼ੀਅਸ ਫਾਰਮ ਦੇ ਵਿੱਚ ਚਲੀਆਂ ਜਾਂਦੀਆਂ ਨੇ। ਫਿਰ ਦੇਖੋ ਹੁਣ ਇਫੈਕਟ ਆਫ, ਇਹ ਤਾਂ ਇੱਕ ਮਿੰਟ ਦਾ ਟੋਪਿਕ ਹੈ ਬਸ, ਠੀਕ ਹੈ। ਇਫੈਕਟ ਆਫ ਪ੍ਰੈਸ਼ਰ ਔਨ ਮੈਲਟਿੰਗ ਪੁਆਇੰਟ, ਦੇਖੋ ਇਫੈਕਟ ਕੀ ਹੈ ਪ੍ਰੈਸ਼ਰ ਦਾ ਮੈਲਟਿੰਗ ਪੁਆਇੰਟ 'ਤੇ, ਮਤਲਬ ਜਿਹੜਾ ਆਪਣੇ ਕੋਲ ਮੈਲਟਿੰਗ ਪੁਆਇੰਟ ਹੈ ਵੀ ਕਿਸੇ ਵੀ ਔਬਜੈਕਟ ਨੇ ਇਸ ਪੁਆਇੰਟ 'ਤੇ ਮੈਲਟ ਕਰ ਜਾਣਾ, ਬਰਫ਼ ਨੂੰ ਇੰਨਾ ਟੈਂਪਰੇਚਰ ਮਿਲਿਆ ਅਤੇ ਉਹ ਮੈਲਟ ਕਰ ਜਾਏਗੀ, ਉਹਦਾ ਪ੍ਰੈਸ਼ਰ ਉੱਤੇ ਕੀ ਪ੍ਰਭਾਵ ਪਾਉਂਦਾ, ਮਤਲਬ ਜੇ ਆਪਾਂ ਪ੍ਰੈਸ਼ਰ ਵਧਾ ਘਟਾ ਦਈਏ, ਇੰਨੇ ਹੀ ਫਿਕਸਡ ਪ੍ਰੈਸ਼ਰ ਨਾ ਕਰੀਏ, ਚੇਂਜ ਕਰੀਏ, ਅਤੇ ਕੀ ਪ੍ਰਭਾਵ ਪਾਏਗਾ ਉਹ ਮੈਲਟਿੰਗ ਪੁਆਇੰਟ 'ਤੇ। ਕਹਿੰਦੇ ਦ ਮੈਲਟਿੰਗ ਪੁਆਇੰਟ ਆਫ ਦੋ ਸਬਸਟਾਂਸਿਸ ਵਿਚ ਐਕਸਪੈਂਡ ਔਨ ਮੈਲਟਿੰਗ, ਜਿਹੜੇ ਕਹਿੰਦੇ ਉਹ ਸਬਸਟਾਂਸਿਸ ਨੇ ਜਿਹੜੇ ਐਕਸਪੈਂਡ ਕਰਦੇ ਨੇ, ਵੱਧ ਜਾਂਦੇ ਨੇ ਮੈਲਟ ਕਰਨ 'ਤੇ, ਠੀਕ ਹੈ। ਜਿਵੇਂ ਪੈਰਾਫਿਨ ਵੈਕਸ ਹੋ ਗਿਆ, ਫੋਸਫਰਸ ਹੋ ਗਿਆ, ਸਲਫਰ, ਇਹਨਾਂ ਨੂੰ ਜਦੋਂ ਮੈਲਟ ਕਰਦੇ ਹਾਂ ਤਾਂ ਵੱਧ ਜਾਂਦੇ ਨੇ, ਇਨਕਰੀਜ਼ ਹੋ ਜਾਂਦੇ ਨੇ। ਕਹਿੰਦੇ ਇਨਕਰੀਜ਼ਸ ਵਿਦ ਦ ਇਨਕਰੀਜ਼ ਇਨ ਪ੍ਰੈਸ਼ਰ, ਮਤਲਬ ਇਹੋ ਜਿਹੇ ਜਿਹੜੇ ਔਬਜੈਕਟ ਨੇ ਜਿਨ੍ਹਾਂ ਨੂੰ ਮੈਲਟ ਕਰਨ 'ਤੇ ਐਕਸਪੈਂਡ ਹੋ ਜਾਂਦੇ ਨੇ,
ਉਹਨਾਂ ਦਾ ਜੇ ਪ੍ਰੈਸ਼ਰ ਵੱਧ ਹੋਏਗਾ, ਜਿੰਨਾ ਜ਼ਿਆਦਾ ਪ੍ਰੈਸ਼ਰ ਹੋਏਗਾ ਓਨਾ ਹੀ ਜ਼ਿਆਦਾ ਉਹਨਾਂ ਦਾ ਮੈਲਟਿੰਗ ਪੁਆਇੰਟ ਹੋਏਗਾ। ਮਤਲਬ ਪ੍ਰੈਸ਼ਰ ਹਾਈ, ਮੈਲਟਿੰਗ ਪੁਆਇੰਟ ਹਾਈ। ਮੈਲਟਿੰਗ ਪੁਆਇੰਟ ਜ਼ਿਆਦਾ ਹੋਣ ਦਾ ਮਤਲਬ ਕੀ ਹੈ ਵੀ ਉਹ ਬਹੁਤ ਲੇਟ ਮੈਲਟ ਹੋਣਗੇ, ਮਤਲਬ ਉਹਨਾਂ ਦਾ ਬਹੁਤ ਜ਼ਿਆਦਾ ਮੈਲਟਿੰਗ ਪੁਆਇੰਟ ਹੈ ਵੀ ਉੱਥੇ ਤੱਕ ਪਹੁੰਚਣ 'ਚ ਬਹੁਤ ਟਾਈਮ ਲੱਗ ਜਾਏਗਾ। ਠੀਕ ਹੈ, ਅਤੇ ਉਹ ਵਾਈਸ ਵਰਸਾ ਕੀ ਹੈ ਸਾਡੇ ਕੋਲ ਵੀ, ਜੇ ਮੈਲਟਿੰਗ ਪੁਆਇੰਟ ਉਹ ਸਬਸਟੈਂਸ ਕੰਟਰੈਕਟ ਹੋ ਜਾਂਦੇ ਨੇ, ਮਤਲਬ ਮੈਲਟ ਹੋਣ 'ਤੇ ਉਹ ਘੱਟ ਜਾਂਦੇ ਨੇ, ਜਿਵੇਂ ਆਈਸ ਹੋ ਗਿਆ, ਕਾਸਟ ਆਇਰਨ, ਬਿਸਮਿਥ, ਉਹ ਡਿਕਰੀਜ਼ ਕਰਦੇ ਨੇ ਵਿਦ ਦ ਇਨਕਰੀਜ਼ ਇਨ ਪ੍ਰੈਸ਼ਰ। ਮਤਲਬ ਜੇ ਪ੍ਰੈਸ਼ਰ ਇਨਕਰੀਜ਼ ਹੋਏਗਾ ਤੇ ਉਹ ਕੀ ਹੋ ਜਾਣਗੇ, ਡਿਕਰੀਜ਼ ਹੋ ਜਾਣਗੇ, ਜਿਹੜੇ ਕੰਟਰੈਕਟ ਹੋ ਜਾਂਦੇ ਨੇ ਮੈਲਟਿੰਗ ਤੋਂ ਬਾਅਦ। ਫਿਰ ਹੈਗਾ ਸਾਡੇ ਕੋਲ ਪ੍ਰੈਸ਼ਰ ਦਾ ਫਰੀਜ਼ਿੰਗ ਪੁਆਇੰਟ 'ਤੇ ਕੀ ਇਫੈਕਟ ਪੈਂਦਾ ਆਈਸ ਦੇ। ਕਹਿੰਦੇ ਦਾ ਇਫੈਕਟ ਆਫ ਫਰੀਜ਼ਿੰਗ ਔਨ ਪੁਆਇੰਟ ਆਫ ਆਈਸ, ਇਹਨੂੰ ਆਪਾਂ ਕੀ ਬੋਲਦੇ ਹਾਂ, ਰੈਗੂਲੇਸ਼ਨ। ਮਤਲਬ ਜੇ ਰੈਗੂਲੇਸ਼ਨ ਦੀ ਡੈਫੀਨੇਸ਼ਨ ਆ ਜੇ, ਦੈਟ ਇਜ਼ ਦ ਫਿਨੋਮੀਨਾ ਇਨ ਵਿਚ ਦ ice melt when pressure is increased and again forces when pressure is removed again freezes। ਠੀਕ ਹੈ, ਕਹਿੰਦੇ ਉਹ ਫਿਨੋਮੀਨਾ ਦੇਖੋ, ਜੇ ਬਰਫ਼ ਹੈ, ਬਰਫ਼ ਪਿਘਲ ਗਈ ਹਾਈ ਪ੍ਰੈਸ਼ਰ ਹੋਣ ਕਰਕੇ, ਅਤੇ ਅਗੇਨ ਫਰੀਜ਼ਸ, ਅਤੇ ਜਦੋਂ ਹੀ ਪ੍ਰੈਸ਼ਰ ਰਿਮੂਵ ਕੀਤਾ ਗਿਆ ਉਹ ਦੁਬਾਰਾ ਫਰੀਜ਼ ਹੋ ਗਈ, ਉਹਨੂੰ ਆਪਾਂ ਕੀ ਬੋਲਦੇ ਹਾਂ, ਰੈਗੂਲੇਸ਼ਨ। ਰੀ ਦਾ ਮਤਲਬ ਅਗੇਨ, ਗਲੇਅਰ ਦਾ ਮਤਲਬ ਕੀ ਹੁੰਦਾ ਇੱਥੇ, ਫਰੀਜ਼। ਠੀਕ ਹੈ, ਵੀ ਰੀਫਰੀਜ਼ ਹੋ ਜਾਂਦੀ ਹੈ, ਪ੍ਰੈਸ਼ਰ ਅਪਲਾਈ ਕੀਤਾ, ਮੈਲਟ ਹੋ ਗਈ, ਪਰ ਜਦੋਂ ਹੀ ਪ੍ਰੈਸ਼ਰ ਹਟਾਇਆ ਫਿਰ ਤੋਂ ਉਹ ਫਰੀਜ਼ ਹੋ ਗਈ। ਠੀਕ ਹੈ, ਇਹ ਆਪਣੇ ਕੋਲ ਹੈਗਾ। ਉਸ ਤੋਂ ਬਾਅਦ ਇਫੈਕਟ ਆਫ ਪ੍ਰੈਸ਼ਰ ਔਨ ਦ ਬੋਇਲਿੰਗ ਪੁਆਇੰਟ ਆਫ ਲਿਕੁਇਡ। ਲਿਕੁਇਡ ਦੇ ਬੋਇਲਿੰਗ ਪੁਆਇੰਟ 'ਤੇ, ਕਿ ਅਗਰ ਲਿਕੁਇਡ ਨੇ ਬੋਇਲ ਕਰਨਾ ਹੈ, ਠੀਕ ਹੈ, ਇਸ ਪੁਆਇੰਟ 'ਤੇ ਕਹਿੰਦੇ ਉਹਦੇ 'ਤੇ ਪ੍ਰੈਸ਼ਰ ਦਾ ਕੀ ਪ੍ਰਭਾਵ ਪੈਂਦਾ ਹੈ, ਦ ਬੋਇਲਿੰਗ ਪੁਆਇੰਟ ਆਫ ਲਿਕੁਇਡ ਇਨਕਰੀਜ਼ ਵਿਦ ਦ ਇਨਕਰੀਜ਼। ਮਤਲਬ ਜੇ ਆਪਾਂ ਪ੍ਰੈਸ਼ਰ ਵਧਾਈ ਜਾਵਾਂਗੇ ਤਾਂ ਬੋਇਲਿੰਗ ਪੁਆਇੰਟ ਵੀ, ਅਗਰ ਪਾਣੀ ਨੇ ਇਸ ਪੁਆਇੰਟ 'ਤੇ ਆ ਕੇ, ਕਿਸੇ ਵੀ ਚੀਜ਼ ਨੇ ਇਸ ਪੁਆਇੰਟ 'ਤੇ ਆ ਕੇ ਉਹ ਹੋ ਜਾਣਾ ਸੀ, ਬੋਇਲ ਹੋ ਜਾਣਾ ਸੀ, ਭਾਫ ਬਣ ਜਾਣਾ ਸੀ, ਪਰ ਆਪਾਂ ਉਹਦਾ ਟੈਂਪਰੇਚਰ ਵਧਾਈ ਗਏ ਅਤੇ ਉਹਦਾ ਬੋਇਲਿੰਗ ਪੁਆਇੰਟ ਵੀ ਵੱਧ ਕੇ ਇੱਥੇ ਆ ਗਿਆ, ਵੀ ਜੇ ਉਹਨੇ ਇੱਥੇ ਬੋਇਲ ਹੋਣਾ ਸੀ, ਪ੍ਰੈਸ਼ਰ ਦੇ ਵਧਣ ਕਰਕੇ ਉਹ ਇੱਥੇ ਜਾ ਕੇ ਬੋਇਲ ਹੋਏਗਾ। ਠੀਕ ਹੈ, ਇਹ ਆਪਣੇ ਕੋਲ ਹੈਗਾ ਟੋਪਿਕ। ਫਿਰ ਮੋਸਟ ਇੰਪੋਰਟੈਂਟ ਹੈਗਾ ਲੇਟੈਂਟ ਹੀਟ। ਈਜ਼ੀ ਇਹ ਵੀ। ਲੇਟੈਂਟ ਹੀਟ ਕੀ ਹੈ, ਕਹਿੰਦੇ ਉਹ ਹੀਟ ਰਿਕੁਆਇਰ ਹੈ ਜਿਹੜੀ ਸਟੇਟ ਨੂੰ ਚੇਂਜ ਕਰਦੀ ਹੈ। ਬਸ ਦੇਖੋ ਆਪਾਂ ਪੜ੍ਹ ਲਿਆ ਵੀ ਸਟੇਟ ਵੀ, ਮੈਂ ਤੁਹਾਨੂੰ ਦੱਸਿਆ ਸੀ ਵੀ ਹੀਟ ਸਟੇਟ ਨੂੰ ਚੇਂਜ ਕਰੇਗੀ ਜਾਂ ਟੈਂਪਰੇਚਰ ਰਾਈਜ਼ ਕਰੇਗੀ। ਠੀਕ ਹੈ, ਹੁਣ ਜਿਹੜੀ ਸਟੇਟ ਨੂੰ ਆਪਾਂ ਚੇਂਜ ਕਰਦੀ ਆਪਾਂ ਪੜ੍ਹ ਲਿਆ, ਠੀਕ ਹੈ, ਸਬਲੀਮੇਸ਼ਨ ਹੋ ਗਿਆ, ਉਹਨੂੰ ਆਪਾਂ ਕੀ ਬੋਲਦੇ ਹਾਂ, ਲੇਟੈਂਟ ਹੀਟ ਬੋਲਦੇ। ਉਹਦਾ ਇੱਕ ਨਾਮ ਧਰਤਾ ਲੇਟੈਂਟ ਹੀਟ। ਹੁਣ ਕਹਿੰਦੇ the amount of heat required to change the state of unit mass of a substance at a constant temperature and constant pressure। ਮਤਲਬ ਕੋਈ ਕੌਨਸਟੈਂਟ ਟੈਂਪਰੇਚਰ ਅਤੇ ਪ੍ਰੈਸ਼ਰ ਦੇ ਵਿੱਚ ਜਿਹੜੀ ਹੀਟ, ਜਿੰਨੀ ਅਮਾਊਂਟ ਆਫ ਹੀਟ ਸਟੇਟ ਨੂੰ ਚੇਂਜ ਕਰਨ ਦੇ ਲਈ ਵਰਤੀ ਜਾਂਦੀ ਹੈ, ਉਹਨੂੰ ਆਪਾਂ ਕੀ ਬੋਲਦੇ ਹਾਂ, ਲੇਟੈਂਟ ਹੀਟ। ਇਹਦਾ ਫਾਰਮੂਲਾ ਕੀ ਹੁੰਦਾ ਹੈ, ਦੇਖੋ ਇਹ ਹੁੰਦਾ Q/M। Q/M ਮਤਲਬ ਹੀਟ ਅਪੋਨ ਮਾਸ, ਕਿੰਨੀ ਹੀਟ ਰਿਕੁਆਇਰਡ ਅਪੋਨ ਕਿੰਨਾ ਮਾਸ, ਉਹਨੂੰ ਆਪਾਂ ਲੇਟੈਂਟ ਹੀਟ ਬੋਲਦੇ ਹਾਂ। ਠੀਕ ਹੈ, ਅਤੇ SI ਯੂਨਿਟ ਹੈਗੀ ਇਹਦਾ JkG ਇਨਵਰਸ। latent heat of fusion ਕੀ ਹੈ, the amount of heat required to change the state of unit mass of a substance from solid to liquid at its melting point is called a latent heat of fusion।